श्री वाहिगुरु साहिब जी। नाहूं जति सती नहीं पढ़िया, मूरख मुगदा जन्म भया। प्रणवत नानक तिनकी शरणा, जिनतू नाही विसरिया। सतनाम धन वाहिगुरु साहिब जी। गोंड नरु मरै नर काम न आवे, पशु मरै दस काज सवारे। नरु मरै नर काम न आवे, पशु मरै दस काज सवारे। अपने कर्म की गत मैं क्या जानूं, मैं क्या जानूं बाबा रे। रहाऊ हाड़ जले जैसे लकड़ी का तूला, केस जले जैसे घास का फूला। कहो कबीर तब ही नर जागै, जम का दंड मूंड मह लागै। कहो कबीर तब ही नर जागै, जम का दंड मूंड मह लागै। वाहिगुरु जी का खालसा, वाहिगुरु जी की फतेह। परम सन्मानयोग जुगों जुग अटल शब्द गुरु बाणी के बोहित धन धन श्री गुरु ग्रंथ साहब महाराज जी दी पावन हजूरी विच सवाईमान होए बैठे सतसंगी जनों, सतगुरां ने कृपा कीती, भगतां दी उचारण कीती हुई अमृत बाणी नूं विचारन दा सुभाग समा प्राप्त होया है। अज दा पावन शब्द गोंड राग दा दूजा शब्द है। भगत कबीर साहब जी का उचारण किया होया। पावन अंक 870 दे उत्ते यह शब्द दर्ज है। इस शब्द दे विच जो मूल विचार है, मनुख अपने शरीर की ममता विच फस के विकार करता रहता है। कभी भी ये गल सोचता नहीं, विचार नहीं करता कि प्रभु की याद तो बिना
ਇਹ ਸਰੀਰ ਤਾਂ ਪਸ਼ੂਆਂ ਨਾਲੋਂ ਵੀ ਕਿਤੇ ਮਾੜਾ ਹੈ, ਕਿਉਂਕਿ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ ਤੇ ਫਿਰ ਮਰਨ ਵੇਲੇ ਪਛਤਾਉਣ ਦਾ ਕੋਈ ਲਾਭ ਨਹੀਂ। ਕਿ ਜੇ ਜ਼ਿੰਦਗੀ ਵਿੱਚ ਹੀ ਅਸੀਂ ਕਰਮ ਸੁਚੇਤ ਹੋ ਕੇ ਨਹੀਂ ਕੀਤੇ, ਫਿਰ ਮੌਤ ਨੇੜੇ ਆਇਆਂ ਪਛਤਾਵਾ ਕੀਤਿਆਂ ਕੋਈ ਲਾਭ ਨਹੀਂ ਪ੍ਰਾਪਤ ਹੋਣਾ। ਉਸ ਵੇਲੇ ਸਾਡੇ ਕਰਮ ਚੇਂਜ ਨਹੀਂ ਹੋ ਸਕਦੇ। ਜਿਹਨੂੰ ਗੁਰਬਾਣੀ ਆਖਦੀ ਹੈ, ਇਵ ਕੇ ਰਾਹੇ ਜੰਮਣ ਨਾਹੀ ਪਛਤਾਨੇ ਸਿਰ ਭਾਰੋ। ਸੋ ਆਓ ਜਿਹੜੀਆਂ ਵਿਚਾਰਾਂ ਇਸ ਸ਼ਬਦ ਦੇ ਰਾਹੀਂ ਸਾਡੇ ਸਮਕਸ਼ ਰੱਖੀਆਂ ਹਨ, ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰੀਏ। ਮਨੋਵਿਰਤੀਆਂ ਇਕਾਗਰ ਕਰੋ ਜੀ। ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਰਾਹੀਂ ਇਹ ਸਵਾਲ ਕੀਤਾ ਹੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਰੇ ਦਾ ਅਰਥ ਹੁੰਦਾ ਹੈ ਬਾਬਾ, ਦਾ ਅਰਥ ਹੈ ਭਾਈ। ਹੇ ਬਾਬਾ, ਆਖਣ ਲੱਗੇ ਮੈਂ ਕਦੀ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ ਕਰਮ ਕਰੀ ਜਾ ਰਿਹਾ, ਆਓ ਕਿ ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ। ਮੈਨੂੰ ਖਿਆਲ ਹੀ ਨਹੀਂ ਆਉਂਦਾ ਕਿ ਮੈਂ ਸੰਸਾਰ ਦੇ ਵਿੱਚ ਆ ਕੇ ਕਿੱਦਾਂ ਦੇ ਕਰਮ ਕਰ ਰਿਹਾ। ਅਸਲ ਵਿੱਚ ਅਸੀਂ ਜਦੋਂ ਆਪਣੇ ਜੀਵਨ ਵਿੱਚ ਕਰਮ ਕਰਨੇ ਆਰੰਭ ਕਰਦੇ ਹਾਂ, ਵੈਸੇ ਤਾਂ ਜਦੋਂ ਤੋਂ ਸੰਸਾਰ ਦੇ ਵਿੱਚ ਸਾਡਾ ਮਾਤਾ ਦੇ ਗਰਭ ਤੋਂ ਸੰਸਾਰ ਦੇ ਵਿੱਚ ਅਵਤਰਨ ਹੁੰਦਾ ਹੈ, ਜਨਮ ਹੁੰਦਾ ਹੈ, ਉਸ ਵੇਲੇ ਤੋਂ ਹੀ ਸਾਡੇ ਕਰਮ ਆਰੰਭ ਹੋ ਜਾਂਦੇ ਹਨ। ਔਰ ਗੁਰਬਾਣੀ ਵਿੱਚ ਪਰਾ ਪੁਰਬਲੇ ਕਰਮ ਵੀ ਲਿਖੇ ਹੋਏ ਹਨ। ਪਰ ਸ਼ੁਰੂਆਤ ਦੇ ਜਿਹੜੇ ਕਰਮ ਹਨ, ਜਦੋਂ ਅਸੀਂ ਜਨਮ ਲੈਂਦੇ ਹਾਂ, ਉਹ ਸਾਰੇ ਕਰਮ ਸਾਨੂੰ ਇੱਕ ਦੂਜੇ ਕੋਲੋਂ ਦੇਖ ਕੇ ਪ੍ਰਾਪਤ ਹੁੰਦੇ ਹਨ। ਬੱਚੇ ਨੂੰ ਉਸ ਵੇਲੇ ਕਿਸੇ ਕਰਮ ਦੀ ਕੋਈ ਸੋਝੀ ਨਹੀਂ, ਕੋਈ ਸਮਝ ਨਹੀਂ। ਜੋ ਕਰਮ ਮਾਂ ਕਰ ਰਹੀ ਹੈ, ਬੱਚਾ ਉਸ ਕਰਮ ਨੂੰ ਦੇਖ ਕੇ ਕਰੀ ਜਾ ਰਿਹਾ, ਦੇਖ ਕੇ ਕਰੀ ਜਾ ਰਿਹਾ ਜਿਹੜਾ ਵੀ ਕਰਮ ਮਾਂ ਕਰ ਰਹੀ ਹੈ। ਕਿਉਂਕਿ ਇਸਨੇ ਜੋ ਦੇਖਣਾ ਹੈ, ਉਸ ਤੋਂ ਪ੍ਰਭਾਵਿਤ ਹੋਣਾ ਹੈ ਤੇ ਉਸ ਕਰਮ ਕਰਨ ਦੀ ਜਿੱਦ ਕਰਨੀ ਹੈ ਬੱਚੇ ਨੇ। ਇੱਕ ਸਿਆਣੀ ਮਾਂ ਉਹ ਕੀ ਕਰਦੀ ਸੀ ਕਿ ਜਦੋਂ ਬੱਚਾ ਜਾਗਦਾ ਸੀ ਤਾਂ ਉਸ ਵੇਲੇ ਉਹ ਕਿਤਾਬ ਲੈ ਕੇ ਬੈਠ ਜਾਂਦੀ ਸੀ। ਬੱਚਾ ਕਿਤਾਬ ਫੜਨ ਦੀ ਜਿੱਦ ਕਰਦਾ ਸੀ। 1 ਸਾਲ ਦਾ ਹੋ ਗਿਆ, 2 ਸਾਲਾਂ ਦਾ ਹੋ ਗਿਆ, 3 ਸਾਲਾਂ ਦਾ ਹੋ ਗਿਆ। ਬੱਚੇ ਕੋਲ ਜ਼ਿਆਦਾ ਸਮਾਂ ਉਸਨੇ ਜਦੋਂ ਵਿਚਰਨਾ ਤੇ ਕਿਤਾਬ ਲੈ ਕੇ ਬਹਿ ਜਾਣਾ। ਸਹਿਜ ਸੁਭਾਅ ਬੱਚੇ ਨੇ ਉਸ ਕਿਤਾਬ ਨੂੰ ਫੜਨਾ ਸ਼ੁਰੂ ਕਰ ਲਿਆ। ਹੌਲੀ ਹੌਲੀ ਜੋ ਮਾਂ ਬੋਲਦੀ ਸੀ ਉਹ ਪੜ੍ਹਨਾ ਸ਼ੁਰੂ ਕਰ ਲਿਆ ਤੇ ਉਹ ਉਸ ਕਿਤਾਬ ਦੇ ਨਾਲ ਲਿਖੀ ਹੋਈਆਂ ਗੱਲਾਂ ਨਾਲ ਜੁੜ ਗਿਆ। ਕਿਉਂਕਿ ਬੱਚੇ ਨੇ ਜੋ ਦੇਖਣਾ ਉਸਨੇ ਆਪਣੇ ਜ਼ਿਹਨ 'ਚ ਇਕੱਠਾ ਕਰ ਲੈਣਾ। ਤੇ ਸਾਨੂੰ ਅੱਜ ਇਹ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਕਈ ਵਾਰੀ ਕਰਮ ਜਿਹੜੇ ਨੇ, ਬੱਚੇ ਦੀ ਜਿਹੜੀ ਪਰਵਰਿਸ਼ ਹੈ ਉਹ ਮਾਂ ਕਰ ਰਹੀ ਹੈ, ਪਿਓ ਕਰ ਰਿਹਾ ਹੈ, ਤਾਂ ਕਿੱਦਾਂ ਕਰਨੀ ਚਾਹੀਦੀ ਹੈ। ਅਸੀਂ ਕਿੱਦਾਂ ਦੇ ਕਰਮ ਸਿਖਾ ਰਹੇ ਹਾਂ। ਅਜੋਕੇ ਸਮਾਂ ਵਿੱਚ ਵੇਖਾਂਗੇ ਤੇ ਮਾਂ ਨੇ ਮੋਬਾਈਲ ਫੜਿਆ ਹੋਇਆ, ਬੱਚਾ ਵੀ ਮੋਬਾਈਲ ਫੜਦਾ ਹੈ। ਮਾਂ ਟੀਵੀ ਵੇਖ ਰਹੀ ਹੈ, ਬੱਚਾ ਵੀ ਟੀਵੀ ਵੇਖਦਾ ਹੈ। ਮਾਂ ਦੇ ਹੱਥ ਵਿੱਚ ਅੱਜ ਗੁਟਕਾ ਨਹੀਂ ਰਿਹਾ, ਮਾਂ ਦੇ ਹੱਥ ਵਿੱਚ ਅੱਜ
ਜਪਜੀ ਸਾਹਿਬ ਨਹੀਂ, ਮਾਂ ਦੇ ਹੱਥ ਵਿੱਚ ਅੱਜ ਬਾਣੀ ਨਹੀਂ, ਮਾਂ ਦੇ ਹੱਥ ਵਿੱਚ ਕੋਈ ਗੁਰਮਤਿ ਦੀ ਕਿਤਾਬ ਨਹੀਂ, ਜਿਹੜੀ ਕਿਤਾਬ ਤੋਂ ਉਹ ਬੱਚਾ ਸਿੱਖ ਸਕੇ। ਕਿਉਂਕਿ ਜੋ ਬੱਚਾ ਦੇਖ ਰਿਹਾ ਉਸਨੇ ਉਸ ਦੀ ਮੰਗ ਕਰਨੀ ਹੈ, ਜੋ ਵੀ ਦੇਖ ਰਿਹਾ। ਇਸ ਕਰਕੇ ਸਾਡੇ ਕਰਮ ਉੱਥੋਂ ਘੜੇ ਜਾਂਦੇ ਹਨ। ਹੌਲੀ ਹੌਲੀ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਜਿੱਥੇ ਵੀ ਅਸੀਂ ਰਹਿੰਦੇ ਹਾਂ, ਜੋ ਵੀ ਕਰਮ ਕਰਦੇ ਹਾਂ, ਉਹ ਕਰਮ ਸਾਡੇ ਜੀਵਨ ਦਾ, ਸਾਡੇ ਸਰੀਰ ਦਾ ਹਿੱਸਾ ਬਣਦਾ ਹੈ। ਔਰ ਕਈ ਵਾਰੀ ਜੋ ਕਰਮ ਅਸੀਂ ਕਰ ਰਹੇ ਹਾਂ, ਉਹਨਾਂ ਕੰਮਾਂ ਵੱਲ ਅਸੀਂ ਸੁਚੇਤ ਨਹੀਂ ਹਾਂ। ਇਹ ਗੱਲ ਫਿਰ ਧਿਆਨ ਦਿਓ ਕਿ ਜਦੋਂ ਅਸੀਂ ਕੋਈ ਕਰਮ ਕਰ ਰਹੇ ਹੁੰਦੇ ਹਾਂ, ਜਿੰਨਾ ਚਿਰ ਅਸੀਂ ਕੰਮਾਂ ਵੱਲ ਸੁਚੇਤ ਨਹੀਂ ਹੁੰਦੇ ਕਿ ਜੋ ਕੰਮ ਮੈਂ ਕਰ ਰਿਹਾ ਹਾਂ, ਕਿ ਇਹ ਕੰਮ ਗੁਰੂ ਸਾਹਿਬ ਜੀ ਦੇ ਮੁਤਾਬਕ ਠੀਕ ਹੈ ਜਾਂ ਗਲਤ ਹੈ। ਕਿਉਂ ਗੁਰਬਾਣੀ ਤਾਂ ਆਖਦੀ ਹੈ, ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ। ਜਿਨ੍ਹਾਂ ਕੰਮਾਂ ਵਿੱਚ ਕੋਈ ਲਾਭ ਨਹੀਂ, ਉਹ ਕੰਮ ਛੱਡ ਦੇ। ਪਰ ਕੌਣ ਛੱਡੇਗਾ? ਜਿਹੜਾ ਸੁਚੇਤ ਹੋਏਗਾ, ਜਿਹੜਾ ਆਪਣੇ ਕੰਮਾਂ ਵੱਲ ਧਿਆਨ ਦੇਵੇਗਾ ਵੀ ਮੈਂ ਕਿੱਦਾਂ ਦੇ ਕੰਮ ਕਰ ਰਿਹਾ, ਕਿੱਦਾਂ ਦੇ ਕੰਮ ਕਰਨੇ ਚਾਹੀਦੇ ਹਨ। ਇਸ ਕਰਕੇ ਅਸੀਂ ਆਪਣੇ ਜੀਵਨ ਵਿੱਚ ਕਈ ਵਾਰੀ ਕਰਮ ਕਰੀ ਜਾ ਰਹੇ ਹਾਂ, ਪਰ ਕਰਮ ਕਰ ਰਹੇ ਹਾਂ ਉਹ ਪੁੰਨ ਨੇ, ਪਾਪ ਹੈ, ਧਰਮ ਹੈ, ਅਧਰਮ ਹੈ। ਉਸ ਕਰਮ ਬਾਰੇ ਅਸੀਂ ਸੁਚੇਤ ਨਹੀਂ ਹਾਂ। ਔਰ ਜਦੋਂ ਤੱਕ ਅਸੀਂ ਪਿਆਰ ਵਾਲੇ ਸੁਚੇਤ ਨਹੀਂ ਹੋਵਾਂਗੇ, ਸਾਡੇ ਕੀਤੇ ਹੋਏ ਕਰਮ ਜਿਹੜੇ ਨੇ, ਜ਼ਰੂਰੀ ਨਹੀਂ ਕਿ ਉਹ ਸਾਨੂੰ ਅੰਦਰੋਂ ਧਰਮੀ ਬਣਾ ਦੇਣਗੇ। ਕਿਉਂਕਿ ਬਹੁਤਾਤ ਵਿੱਚ ਸਾਡੇ ਜਿਹੜੇ ਕਰਮ ਨੇ ਨਾ, ਉਹ ਮੰਦੇ ਕਰਮ ਹੀ ਹੁੰਦੇ ਹਨ, ਵਿਕਾਰ ਅਧੀਨ, ਵਾਸਨਾਵਾਂ ਦੇ ਅਧੀਨ ਹੀ ਹੁੰਦੇ ਹਨ। ਇਸ ਕਰਕੇ ਬਾਬਾ ਜੀ ਨੇ ਕੋਈ ਗੱਲ ਕਬੀਰ ਸਾਹਿਬ ਨੇ ਆਖੀ, ਕਹਿੰਦੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ। ਜੋ ਕਰਮ ਮੈਂ ਕਰ ਰਿਹਾ ਹਾਂ, ਉਸ ਦੀ ਹਾਲਤ, ਜੋ ਕੰਮ ਮੈਂ ਕਰੀ ਜਾ ਰਿਹਾ, ਉਸ ਦੀ ਚੰਗਿਆਈ ਮੈਂ ਕੀ ਜਾਣਾ, ਆਓ ਕਿ ਮੈਨੂੰ ਕੀ ਪਤਾ। ਕਿਉਂਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਦੇ ਕੰਮ ਕਰ ਰਿਹਾ। ਜਦੋਂ ਤੁਸੀਂ ਬਰੀਕੀ ਵਿੱਚ ਆਪਣੇ ਧਾਰਮਿਕ ਕੰਮ ਹੀ ਵੇਖੋਗੇ ਨਾ, ਮੈਨੂੰ ਮਾਫ ਕਰ ਦੇਣਾ, ਕਈ ਵਾਰੀ ਤੁਹਾਡੇ ਧਾਰਮਿਕ ਕੰਮ, ਮੇਰੇ ਧਾਰਮਿਕ ਕੰਮ, ਜ਼ਰੂਰੀ ਨਹੀਂ ਕਿ ਉਹ ਧਾਰਮਿਕ ਕੰਮ ਮੈਨੂੰ ਧਰਮ ਦੇ ਨੇੜੇ ਕਰਦੇ ਹਨ। ਕਿਉਂਕਿ ਬਹੁਤੇ ਧਾਰਮਿਕ ਕੰਮ ਕਿਸੇ ਵਾਸਨਾਵਾਂ ਦੇ ਅਧੀਨ ਕੀਤੇ ਜਾਂਦੇ ਹਨ। ਵੀ ਸਾਨੂੰ ਇਹ ਦਾਤ ਮਿਲ ਜਾਏ, ਅਸੀਂ ਅਖੰਡ ਪਾਠ ਕਰਾਵਾਂਗੇ। ਹੁਣ ਤੁਸੀਂ ਵੇਖੋ ਕਿ ਜਦੋਂ ਕੋਈ ਦਾਤ ਮਿਲਦੀ, ਅਸੀਂ ਅਖੰਡ ਪਾਠ ਕਰਾਉਂਦੇ ਹਾਂ, ਨਾ ਕੋਈ ਬੈਠ ਕੇ ਸੁਣਦਾ, ਨਾ ਕੋਈ ਬਾਣੀ ਦਾ ਸਤਿਕਾਰ ਕਰਦਾ। ਨਾਲ ਦੇ ਕਮਰੇ TV ਚੱਲ ਰਿਹਾ ਹੁੰਦਾ, ਨਾਲ ਦੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਕੇ ਅਖੰਡ ਪਾਠ ਚੱਲ ਰਿਹਾ ਹੁੰਦਾ। ਕਿਉਂਕਿ ਇਸ 'ਤੇ ਸੁੱਖਿਆ ਸੀ, ਸੁੱਖਣਾ ਪੂਰੀ ਹੋ ਗਈ। ਹੁਣ ਗੁਰੂ ਨਾਲ ਸਾਡਾ ਕੀ ਵਾਸਤਾ? ਹੁਣ ਕਰਮ ਤਾਂ ਕਰ ਰਹੇ ਸੀ, ਪਰ ਉਹ ਕਰਮ ਬੇਧਿਆਨੇ ਵਿੱਚ ਔਰ ਇਸ ਤਰ੍ਹਾਂ ਹੋ ਰਿਹਾ ਕਿ ਉੱਥੇ ਉਸ ਦਾ ਜੋ ਲਾਭ ਹੁੰਦਾ, ਉਹ ਲਾਭ ਸਾਨੂੰ ਨਹੀਂ ਪ੍ਰਾਪਤ ਹੋ ਰਿਹਾ। ਬਾਣੀ ਸੁਣਦੇ, ਬਾਣੀ ਦੇ ਵਿੱਚੋਂ ਜੀਵਨ ਜਾਚ ਸਿੱਖਦੇ, ਪਰ ਉੱਥੋਂ ਪ੍ਰਾਪਤ ਨਹੀਂ ਹੋ ਰਹੀ। ਕਿਉਂਕਿ ਅਸੀਂ ਤਾਂ ਮਹਾਰਾਜ ਕਹਿੰਦੇ ਵੱਧਾ ਚੱਟੀ ਜੋ ਕਰੇ, ਨਾ ਗੁਣ ਨਾ ਉਪਕਾਰ। ਵੱਧਾ ਚੱਟੀ ਕਰ ਰਹੇ ਹਾਂ, ਨਾ ਉਹਦੇ ਵਿੱਚੋਂ ਕੋਈ ਗੁਣ, ਨਾ ਕੋਈ ਉਪਕਾਰ ਦੀ ਗੱਲ ਹੈ, ਪਰ ਕਰੀ ਜਾ ਰਹੇ ਹਾਂ, ਕਰੀ ਜਾ ਰਹੇ ਹਾਂ, ਪਾਠ ਕਰ ਰਹੇ ਹਾਂ, ਧਰਮ ਕਰਮ ਕਰ ਰਹੇ ਹਾਂ। ਪਰ ਨਾਲ ਨਾਲ ਸੰਸਾਰ ਦੀਆਂ ਵੱਡੀਆਂ ਮੰਗਾਂ ਉਹਨਾਂ ਦੇ ਪਿੱਛੇ ਲੁਕੀਆਂ ਹੋਈਆਂ ਹਨ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਕੀ ਵਾਰ ਦੇ ਵਿੱਚ ਉਸ ਤਰ੍ਹਾਂ ਦੀਆਂ ਸਾਰੀਆਂ ਵਿਚਾਰਾਂ ਸਾਡੇ ਸਮਕਸ਼ ਰੱਖੀਆਂ, ਜਿਹੜੇ ਲੋਕ ਕਰਮਕਾਂਡੀ ਜੀਵਨ ਜੀ ਰਹੇ ਸਨ ਔਰ ਉਸ ਨੂੰ ਧਰਮ ਕਹਿ ਰਹੇ ਸਨ। ਔਰ ਸਾਨੂੰ ਆਸਾ ਕੀ ਵਾਰ ਦਾ ਪਾਠ ਲਗਭਗ ਜ਼ਰੂਰ ਕਰ ਲੈਣਾ ਚਾਹੀਦਾ, ਸੁਣਨਾ ਚਾਹੀਦਾ, ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਤਾਂ ਕਿ ਅਸੀਂ ਉਸ ਬਾਣੀ ਵਿੱਚੋਂ ਜਿਹੜੇ ਕਰਮ ਕਾਂਡ ਨੇ, ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਵਿੱਚੋਂ ਉਹਨਾਂ ਕਰਮ ਕਾਂਡਾਂ ਨੂੰ ਛੱਡ ਸਕੀਏ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਸਤਿਆ ਮਨ ਸੰਤੋਖ ਉਪਜੈ, ਦੇਨੇ ਕੈ ਵਿਚਾਰ, ਦੇ ਦੇ ਮੰਗੈ ਸੈਸਾ ਗੁਣਾ, ਸੋਭ ਕਰੇ ਸੰਸਾਰ। ਕਰਮ ਤੇ ਹੋ ਰਿਹਾ, ਦਾਨ ਪੁੰਨ ਤਾਂ ਹੋ ਰਿਹਾ, ਪਰ ਦੇ ਕੇ 1000 ਗੁਣਾ ਮੰਗ ਹੈ ਵੀ ਮੈਨੂੰ ਇੱਕ ਦਿੱਤਾ ਤੇ 1000 ਮਿਲਣੇ ਚਾਹੀਦੇ ਨੇ। ਤੇ ਨਾਲੇ ਸਿਰਫ 1000 ਗੁਣਾ ਮਿਲੇ ਹੀ ਨਾ,
हे अकाल पुरख वाहिगुरू, संसार विच मेरे दान की शोभा भी होवे भी मैं बड़ा दानी हाँ, मैं बड़ा धर्मी हाँ। इस करके माफ़ करना, जो असीं धर्म करम वल भी वेखांगे तो साडे कीते हुए धर्म करम भी असल दे विच की ने, एक दूजे की चीज़ दे वट्टे कीते जा रहे हैं, बदले कीते जा रहे हैं। मैनू ये मिल जाए मैं ये करांगा, मैनू ये मिल जाए ये करांगा। उसनों ही गुरु अर्जन देव जी महाराज ने आख्या, करम धर्म पाखंड जो दिसै तिन जम जागाती लूटै। ते सानू सतगुरु जी की प्रेरणा करते ने, निर्वाण कीर्तन गावो करते का निमक सिमरत जित छुटै। निर्वाण होके परमात्मा की सिफ सलाह, लालच तो बिना गुण गाने ने। जपजी साहब लालच तो बिना पढ़ना, गुरुद्वारे मत्था लालच तो बिना टेकना। सच्चे पातशाह तू चंगा लगदा है, तू प्यारा लगदा है, तेरी विचार बड़ी प्यारी, इस करके मैं तेरे अगे नतमस्तक होने वास्ते आया। तू बहुत कुछ दिता है, तेरा धन्यवाद है, पर मैं तैनू मिलन वास्ते आया। तेरी विचारधारा मैनू बड़ी प्यारी लगती है। मेरा दिल करदा है कि मैं तेरी विचारधारा तो बलिहार जावां, तेरे तो सदके जावां, पर ऐसा तो नहीं हो रहा। कोई विरला विरला होएगा जिहड़ा गुरु की विचारधारा तो सदके जांदा होवे, गुरु की बाणी तो बलिहार जांदा होवे सिख। ये सच्चे पातशाह ये तुहाडे जिहड़े वचन ने मैनू बड़े प्रभावित कर रहे हैं, मेरे जीवन दे विचों मार्ग दर्शन कर रहे हैं मेरा। पर असी मार्ग दर्शन वास्ते नहीं बाणी पढ़ रहे, बहुत घट ने। असी तो बाणी नू भी जिमें भाई कन्हैया जी ने आख्या ना कि मनुख ने गुरमत को सौदा कर जाना, कुछ लेके कुछ दे नहीं जाना। गुरमत नू सौदा समझिया, कोई वस्त समझी है भी कुछ बदले विच दांगे गुरमत मिल जाएगी, ये सौदा तो है नहीं। गुरमत को सौदा कर जाना, कुछ दे के कुछ ले नहीं जाना, ये तो दात खसम की, लेन देन ये बात रस्म की। लैना देना संसार दियां रस्मां ने, ये तो अकाल पुरख वाहिगुरू जी की दात है, जिहड़ी गुरमत है, गुरु की विचारधारा है। इस करके भगत कबीर साहब आख रहे ने कि किदां दे कर्म कर रहे हाँ, किहो जे कर्म कर रहे हाँ। पाओ कि उन्हां विचों मैनूं कोई चंगियाई दिस नहीं रही। पाओ मैं मंदे काम ही करी जा रहा तो उन्होंने धर्म कर्म समझी जा रहे हैं, उन्हां कर्मां नूं ही महान समझी जा रहे हैं, पर मैं ये वेख ही नहीं मैं किदां दे कर्म कर रहे हैं। फिर गल नूं समझ लो कि जदों आपां कोई भी कर्म करिए, कर्म सुचेत होके करने गुरमत ने सानू समझाया। कर्म कीता कोई कर्म कांड ना बन जाए, साडा कर्म कोई पाखंड ना होवे, साडा कर्म दे पिछे कोई ऐसी मंग ना होवे जिहड़ी मंग सानू रब नालों दूर लै जाए। असी निर्वाण होके परमात्मा की सिफ सलाह करनी है, सुचेत होके भगत कबीर साहब कहते ने कर्म करने हैं, पर मैं किहो जे कर्म कर रहा है पाओ कि इन्हां बारे मैं देख ही नहीं रहा, जानन का जतन ही नहीं कर रहा। मेरे अंदर की चल रहा है, मेरी सोच की चल रहा है, मैं कभी बहता ही नहीं हाँ। असी 24 घंटे विच कभी 2 मिनट भी नहीं बहते अपने नाल। माफ़ करना, मेरी सोच विच की चल रहा है, मेरे अंदर किहड़े फुरने फुर रहे हैं। भी कल्ले होके असी 2 मिनट भी जे बह जाइए अपने बारे सोचिए। मैं एक बेनती करा, ध्यान ते समाधि थोड़ी सोच विचों ही लगेगी। जदों तुसी अपने नाल जुड़ोगे, अपने अंदर दे विचारां नाल जुड़ोगे, तो थानू पता लगेगा कि मैं पूरी जिंदगी अपने आप नू सही साबित करता रहा, पर मेरे जीवन तो बड़े अवगुण ने, मेरे मन में तो बड़ा कुछ चल रहा इस तरह का जिहड़ा कि रब दे नेड़े नहीं होण देगा। मेरे अंदर विकार चल रहे ने,
मेरे अंदर दुचिता है, मेरे अंदर निंदा चुगली की आदत है, मैं एक दूजे का चंगा नहीं करना चाहता, किसी का चंगा नहीं वेखना चाहता। जो असी एकाग्रचित होवांगे, अपने नाल बैठांगे, अपने ऐब सानू दिखाई देणगे। फिर कहांगे असी कि सच्चे पातशाह मेरे हैं ओ गुण, तू गुण सागर, जात रसातल ओट तुहारी। मेरे ओ गुण ने, तू गुणा दा समंदर है। फिर आखांगे मेरे राम यह नीच कर्म हर मेरे, गुणवंता हर हर दयाल कर कृपा बख्श, अवगुण सब मेरे। मैं हुण तक तो गुण समझी जा रहा है, क्योंकि अपने अंदर कभी चाहत ही नहीं सी मारी। मेरा पूरा ध्यान दूजे दे उत्ते रहिंदा है। साडा यही हाल हुंदा है, पति का ध्यान पत्नी वल, पत्नी पति वल वेखदी है, माँ प्यो बच्चे वल, बच्चे माँ प्यो वल वेखदे हन, आंढी गुआढ़ी एक दूजे वल वेखदे ने। उसने भी तो अमृत छकिया, वो भी तो गुरुद्वारे आउंदा है, वो भी तो इदां दे काम करदा है। अपने कर्मां दा सानू कोई चित चेते विच नहीं, किदां दे कर्म असीं कर रहे हाँ अते किदां दे कर्म सानू करने चाहिए हैं। इस करके सानू भगत जी अज दे शब्द विच बड़ी सोहनी प्रेरणा कर रहे हैं कि सानू अपने वल ध्यान देना चाहिए है। अपने कर्म की गत, जो कर्म मैं कर रहा हाँ उसकी हालत किदां दी हालत है मेरे कर्म की, और कि जो काम मैं करी जा रहा उसकी चंगियाई की है। भी मैं कोई कर्म जिहड़ा चंगा कर्म कर रहा, उस कर्म के पिछे कोई चंगियाई हो रही है। मैं किसी का कुछ सवार नहीं सकता, तो मैनू हक नहीं किसी का बिगाड़न का। पर कई बारी मेरे वचनों तो, मेरे कर्मां तो दूजे का कुछ ना कुछ मैं बिगाड़ दिंदा, दूजे का कुछ ना कुछ मैं इस तरह का कर दिंदा जो मैनू नहीं करना चाहिए। कई बारी बंदे कोल कलम है, उसकी ताकत है, हंकार दे विच विद्या दे, ये दूजे का चंगी करन दी थां ते वो माड़ा कर दिंदा है। सानू ये विचारना पएगा कि अपने कर्मां नूं किवें चंगा बनाना है। अपने कर्म विचारने पैणगे। जे मेरे कोल कलम दे विच ताकत है तो मैं कोई चंगा कर सकां, किसी करके मैनू जीवन विचों तरक्की मिल जाए, किसी करके किसी का जीवन बच जाए। जे मैं डॉक्टर हाँ, किसी करके मैं जिंदगी किसी नूं दे सकां। जे मैं टीचर हाँ तो किसी नूं मैं विद्या दे सकां। पर असी देखते हैं कि असी कई बारी कर्म केवल माया अधीन होने करके अपने जीवन विच जो सानू प्राप्त होंदा है उन्हां चीज़ां तो असी चंगा नहीं करते। उन्होंने असी पाप करने वास्ते ही वरत रहे हैं। जो कुछ साडे कोल आया, जो ज्ञान ध्यान समझ, क्यों? क्योंकि सानू अपने कर्मां वल कोई ध्यान नहीं है, असी सुचेत होकर कर्म नहीं कर रहे। इस करके कई बारी असी धर्म के नाम दे अधर्म करी जाते हाँ। जदों कि गुटका फड़ के ना असी बाणी नूं इतनी तेज पढ़ रहे होंदे आ ते कोई अखर जे बंदा पुछ लवे तो पता ही ना लगे। कई बार हत्थ च गुटका हुंदा, पढ़ी जा रहे हाँ, सुरत किते होर गई हुंदी है। माफ़ करना, वो कर्म नहीं जे लिखा जाएगा। गुरबाणी ने स्पष्ट लिखा है, कहंदे पुन्नी पापी आखण नाहे, कर कर करना लिख लै जाहू। जो तुसीं कर रहे हो वो लिख रहे हो, पर वो लिखा जा रहा जिहदे विच तुहाडा मन जुड़िया होया। जिस कर्म च मन नहीं, वो कर्म नहीं लिखा जाए। सत्संगत च मन नहीं है, नहीं सत्संगत लिखी जानी। दान पुण्य धर्म कर्म च मन नहीं है, नहीं लिखा जाना ये धर्म कर्म साडा, क्योंकि मन ही नहीं है। लिखा किहदे विच जाएगा? मन दे विच। ते मन है नहीं तो कित्थे लिखोगे? जे लिखण वाली फट्टी तुहाडे कोल नहीं तो लिखा कित्थे जाना? करी जाओ फिर कर्म। इस करके गुरमत ने बड़ा साफ स्पष्ट किया भी अपने कर्म जदों भी करे ना, वो सुचेत होके करे। भगत जी कहते सोचता ही नहीं मैं भी किहो जे नित कर्म करी जा रहे हैं। मेरे कर्म गुरु नूं पसंद नहीं हैं। मेरे कर्म ऐसे नहीं जिहड़े मैनूं रब दे नेड़े कर देणगे। किहो जे कर्म कर रहे हैं, असी अपने वल देखना है। असी लोगों को कहने लोग किहो जे कर्म करते हैं, समाज किदां दा हो गया, अज तो चारे पासे अग ही लगी हुई। असी दूजिआं नूं कही जांदे हैं समाज बड़ा खराब हो गया
हैरानी की गल कि सारा संसार समाज नूं सुधारन ते लग्या होया, समाज दिनों दिन करूप होंदा जा रहा है। क्यों? क्योंकि अपने आप नूं नहीं सुधार रहे। हर एक बंदा अपने आप नूं सुधार लवे, सारा संसार सुधर जाएगा। साड़ी करूपता का कारण ही असीं दूजे नूं सुधारन ते लगे भी ये सुधर जाए, ये नहीं सुधरदा ते असीं क्यों सुधरीए। इस करके कबीर साहब बार बार झंझोड़ कहने किहो जे कर्म कर रहे हैं। और ये कभी ख्याल ही नहीं आ रहा कि असीं मंदे कम्मां विच ही लगे हुए हैं और मंदे कर्मां नूं धर्म कर्म शुभ कर्म समझी बैठे हैं। ताईं तो गुरु साहब ने आख्या कि मैं कितना कुछ करके वेख्या, पाठ पढ़ियो और वेद विचारियो, निवल भयंगम साधे, पंच जना सो संग न छुटक्यो, अधिक अंग बुध बाधे, प्यारे इन विद मिलन न जाई। मैं किए कर्म अनेका, एक नहीं कितने कर्म करके वेख ले। गुरु साहब ने बड़ी लंबी लिस्ट रखी है कर्मां दी, कितने कर्म। मोन भयो करपाती रहो, नगन फिरियो बन माही, तट तीरथ सब धरती भ्रमियो, दुविधा छुटकै नाही। मन कामना तीरथ जाए बसियो, सिर करवत धराए, मन की मैल न उतरै, ए विद जे लग जतन कराए। हैवर गैवर मैं हाथी घोड़े दान कर ले, बहुत आतारा। हाथी घोड़े वस्त्र अन्न भूम सब अर्पे, न मिलिए हर द्वारा, पूजा अर्चा बंधन डंडोत, खट कर्मा रत रहता, हाँ हाँ करत बंधन, हो करत बंधन में परया, न मिलिए एह जुगता। जोग सिद्ध आसन 84 ए भी कर रहा, बड़ी आरजा फिर जन्मे, हरसों संग ना गया। बड़ी लंबी लिस्ट रखी है बापू ने। कभी विचार करके वेखो सच्चे पातशाह भी तुसीं ते लिस्ट ही बड़ी लंबी रखी है। कहते ने इन्हां दे नाल तां मिलाप नहीं हुंदा, प्यारे इन विद मिलन ना जाई। इतने कर्म तां भी रब दा मिलाप नहीं। गिनती तां असीं कहांगे भी बड़ी गिनती है। एक बेनती करा, जीवन विच जे एक जिंदरा खोलना होवे ना, 1000 तालियां चाबियां की लोड़ नहीं, एको चाबी चाहिए जिहड़ा जिंदरा खोल सके। मनुख बीमार होवे उस वास्ते हज़ारां पुड़ियां की लोड़ नहीं, वो पुड़ी चाहिए जिहड़ी उहनूं ठीक कर सकती होवे। इस तरह ही हज़ारां ज्ञान दीयां सिक्ख्यावां होण, पर जे वो सिक्ख्यावां अहंकार वधाण, जीवन नूं सीधे पासे ना लाण, ते उन्हां सिक्ख्यावां दा भी कोई लाभ नहीं है। कोई लाभ नहीं उन्हां सिक्ख्यावां दा, जे जीवन विच चेंजिंग ही नहीं आ रही, जे परिवर्तन नहीं आ रहा, अपने आप नूं असीं बदल ही नहीं रहे हाँ। इस करके गुरुदेव ने आख्या, प्यारे इन विद मिलन ना जाई, मैं किए कर्म अनेका, ते नाल कह दिता, हार परियो स्वामी कै द्वारै। हार के कदों स्वामी के द्वार ते आवांगे, जदों ये गल समझ लांगे कि मैं अनेका कर्म करके वेख ले, पर गल तां बनी नहीं। जदों अंदरों थक जावांगे, कर्म करन दा लाभ की होया, मैं तो सारे यतन करके वेख ले। जदों अंदरों थक जाता है, थकिया होया मनुख, हारिया होया मनुख जदों हार मन लैंदा भी जिन्हें संसार के होर पासे मैं दौड़दा रहा, उत्थों मैनूं कोई प्राप्ति नहीं हुई, तो हार के जदों कोई अकाल पुरख नाल जुड़दा है, गुरु के दर ते आके डिगदा है, हार परियो स्वामी कै द्वारै, ते नाल एक अरदास करदा है, दीजै बुद्ध विवेका, हे सतगुर मैनूं विवेक मत दे, जिहड़ी पाप पुण्य धर्म अधर्म कर्म अकर्म नूं सही तरीके नाल विचार सके। क्योंकि जिहड़े कर्म मैं कर रहा वो तो सारे कर्म आसा मनसा बंधनी भाई, कर्म धर्म बंधकारी, पाप पुण्य जग जाया भाई, विनसै नाम विसारी, ए माया जग मोहनी भाई, कर्म सभे बेकारी, सुन पंडित कर्माकारी, जित कर्म सुख उपजै भाई, सो आत्म तत्त विचारी। जिस कर्म तो सुख की प्राप्ति होनी। कबीर साहब बड़ी झंझोड़ के गल कहना चाहते सानू ये, और गुरबाणी विच इस गल की बहुत लंबी चौड़ी व्याख्या जी। क्योंकि जे कर्म नहीं बदलिया तो ये जीवन नहीं बदलेगा। कर्म बदलना ही जीवन बदलना है। कर्म का परिवर्तन ही धर्म का परिवर्तन है। जे कर्म गुरु वाले रह लवांगे फिर गुरु का धर्म होएगा। जे गुरु वाला कर्म नहीं आए तो गुरु वाला धर्म साडे कोल नहीं होएगा। विखावा हो सकता है,
ਵਾਰ ਦਾ ਭੇਖ ਹੋ ਸਕਦਾ ਹੈ। ਬੜੀ ਸਖਤ ਵਿਚਾਰ ਜੇ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਮੈਂ ਇਹ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਅੱਜ ਅਸੀਂ ਸਾਰੇ ਹੀ ਆਪਣੇ ਆਪ 'ਚ ਹਰ ਇੱਕ ਗਿਆਨੀ ਜਿਹੜਾ ਵੀ ਉੱਠਦਾ ਵਿਦਵਾਨ ਅਖਵਾਉਂਦਾ ਹੈ, ਇਸ ਕਰਕੇ ਆਪਣੀ ਵਿਦਵਤਾ ਭਰੀ ਵਿਆਖਿਆ ਕਰਨਾ ਚਾਹੁੰਦਾ ਹੈ। ਪਰ ਜੋ ਇਸ ਪੰਕਤੀ ਨੂੰ ਝੰਜੋੜ ਕੇ ਚੰਗੀ ਤਰ੍ਹਾਂ ਸਮਝਣ ਦਾ ਯਤਨ ਕੀਤਾ, ਕਿਉਂਕਿ ਦਾਸ ਦਾ ਇੱਕ ਮਤ ਹੈ ਕਿ ਜਿਹੜੀ ਗੁਰਬਾਣੀ ਦੀ ਵਿਆਖਿਆ ਹੈ ਉਹਦੇ ਉੱਤੇ ਵਿਚਾਰ ਚਰਚਾ ਕਰਨੀ ਚਾਹੀਦੀ, ਸੰਵਾਦ ਕਰਨਾ ਚਾਹੀਦਾ, ਇੱਕ ਦੂਜੇ ਕੋਲ ਬੈਠ ਕੇ ਚੰਗੀ ਤਰ੍ਹਾਂ ਕੋਕ ਕੇ ਗੱਲ ਨੂੰ ਸਾਬਿਤ ਕਰਨਾ ਚਾਹੀਦਾ ਵੀ ਗੱਲ ਕਹਿਣਾ ਕੀ ਚਾਹ ਰਹੇ ਨੇ ਕਬੀਰ ਸਾਹਿਬ। ਇੱਥੇ ਗੱਲ ਇਹੀ ਕਹਿ ਰਹੇ ਨੇ ਕਿ ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ 'ਤੇ ਮਾਣ ਕਰਕੇ ਮੰਦੇ ਕਰਮ ਕਰਦਾ ਰਹਿੰਦਾ ਹਾਂ। ਕਿਉਂਕਿ ਮਾਣ ਹੈ ਨਾ ਸਰੀਰ ਦਾ, ਇਸ ਕਰਕੇ ਮੰਦੇ ਕੰਮ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਨਾ, ਕਹਿੰਦੇ ਅਬਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮੈਂ ਸਰਦਾਰ ਸਮਝਦਾ ਆਪਣੇ ਆਪ ਨੂੰ, ਇਸ ਕਰਕੇ ਮੈਂ ਮੰਦੇ ਕੰਮ ਕਰੀ ਜਾਂਦਾ। ਮੇਰੀ ਮਰਜ਼ੀ ਹੈ, ਕਿਉਂਕਿ ਮੈਂ ਤਾਂ ਸਰਦਾਰ ਹਾਂ। ਸਾਰੇ ਜਿਤਨੀ ਵੀ ਜੂਨਾਂ ਨੇ ਉਹਨਾਂ ਦਾ ਮੈਂ ਮੁਖੀ ਹਾਂ। ਇਸ ਕਰਕੇ ਇਹ ਸੋਚ ਭਗਤ ਜੀ ਕਹਿੰਦੇ ਕਦੀ ਫੁਰਦੀ ਨਹੀਂ ਕਿ ਮੈਂ ਕਿਸ ਸਰੀਰ ਦਾ ਮਾਣ ਕਰ ਰਿਹਾ ਹਾਂ, ਔਰ ਇਸ ਮਾਣ ਕਰਕੇ ਸਰੀਰ ਦੇ ਹੰਕਾਰ ਵਿੱਚ ਮੈਂ ਮੰਦੇ ਕੰਮ ਕਰ ਰਿਹਾ। ਮੇਰਾ ਅਸਲਾ ਤਾਂ ਇਹੀ ਹੈ ਕਿ ਨਾ ਕਿ ਜਦੋਂ ਮਨੁੱਖ ਮਰ ਜਾਂਦਾ ਤੇ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ। ਮੈਂ ਇੱਕ ਬੇਨਤੀ ਕਰਾਂ, ਜਿਉਂਦੇ ਜੀ ਮਨੁੱਖ ਜਿਹੜਾ ਹੈ ਨਾ, ਉਹ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ। ਮਰਨ ਤੋਂ ਬਾਅਦ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਮਰਨ ਤੋਂ ਬਾਅਦ ਕਰਮ ਚੇਂਜ ਨਹੀਂ ਹੋਣਾ। ਲੇਖ ਨਾ ਮਿਟੈ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਕੰਮ ਕੀਤਾ ਉਹ ਲਿਖਿਆ ਗਿਆ, ਉਹਨੂੰ ਕੋਈ ਨਹੀਂ ਮੇਟ ਸਕਦਾ। ਹੁਣ ਜਿਉਂਦੇ ਜੀ ਆਪਣੇ ਕਰਮਾਂ ਨੂੰ ਮਿਟਾਉਣਾ ਹੈ। ਤੇ ਅਸੀਂ ਕੀ ਕਰ ਰਹੇ ਹਾਂ ਕਿ ਭਾਵ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ, ਪਰ ਪਸ਼ੂ ਮਰਦਾ ਹੈ, ਫਿਰ ਉਹ ਸਰੀਰ ਮਨੁੱਖ ਦੇ ਕਈ ਕੰਮ ਸਵਾਰਦਾ ਹੈ। ਅੱਜ ਦੇ ਜਿਹੜੇ ਫਿਲੋਸਫਰ ਨੇ, ਅੱਜ ਦੇ ਜਿਹੜੇ ਗਿਆਨੀ ਨੇ, ਉਹ ਬੜੀ ਮਹਾਨ ਵਿਆਖਿਆ ਕਰਨ ਦਾ ਯਤਨ ਕਰ ਰਹੇ ਨੇ। ਪਰ ਇੱਥੇ ਇਹੀ ਗੱਲ ਕਬੀਰ ਸਾਹਿਬ ਕਹਿਣਾ ਚਾਹੁੰਦੇ ਵੀ ਤੇਰੇ ਸਰੀਰ ਦਾ ਜਿਹਦਾ ਤੂੰ ਗੁਮਾਨ ਕਰਦਾ, ਇਹ ਕਿਸੇ ਦੇ ਕੰਮ ਆਉਣ ਵਾਲਾ ਨਹੀਂ ਹੈ। ਜਦ ਤੂੰ ਇਸ ਸਰੀਰ ਦੇ ਨਾਲ ਜਿਸ ਕੰਮ ਵਾਸਤੇ ਸਰੀਰ ਮਿਲਿਆ ਉਹੀ ਕੰਮ ਨਹੀਂ ਕੀਤਾ, ਫਿਰ ਇਸ ਸਰੀਰ ਦਾ ਲਾਭ ਵੀ ਕੀ ਹੈ ਸੰਸਾਰ ਵਿੱਚ? ਕਿਉਂਕਿ ਸਰੀਰ ਦਾ ਤਾਂ ਮਤਲਬ ਹੀ ਐਸੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਗਦੀ ਚਲਦੀ ਰਹਿਣ, ਆਇਓ ਸੁਨਨ ਪੜਨ ਕੋ ਬਾਣੀ, ਜਮਰ ਕਨੇ ਪਹੀ ਪ੍ਰਾਪਤ ਮਾਨੁਖ ਦੇਹ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖ ਸਰੀਰ ਰੱਬ ਨੂੰ ਮਿਲਣ ਦੀ ਵਾਰੀ ਹੈ। ਤੇ ਮੈਂ ਸ਼ਬਦ ਦੇ ਉੱਤੇ ਨਾ, ਮੈਨੂੰ ਇੱਕ ਡਾਕਟਰ ਸਾਹਿਬ ਮਿਲੇ, ਉਹ ਫੌਜ ਤੋਂ ਰਿਟਾਇਰ ਨੇ, ਰਿਜੋਰੀ ਗਾਰਡਨ ਰਹਿੰਦੇ ਹੈ। ਵਿੱਚ ਨੂੰ ਵੀ ਕਈ ਵਾਰੀ ਉਹਨਾਂ ਦਾ ਗੁਰਮਤਿ ਸੰਬੰਧੀ ਮੈਨੂੰ ਫੋਨ ਆਉਂਦਾ ਰਹਿੰਦਾ। ਇੱਕ ਦਿਨ ਸ਼ਮਸ਼ਾਨ ਘਾਟ ਦੇ ਵਿੱਚ ਹੀ ਮਿਲਾਪ ਹੋਇਆ, ਤਾਂ ਉਹਨਾਂ ਦੇ ਨਾਲ ਸ਼ਬਦ ਬਾਬਤ ਅਚਨਚੇਤ ਉਹਨਾਂ ਨੇ ਮੈਨੂੰ ਪੁੱਛਿਆ ਕਿ ਪਾਠ ਦੀ ਜਦੋਂ ਜਪਜੀ ਸਾਹਿਬ ਦੀ ਸਮਾਪਤੀ ਹੋਈ ਤੇ ਮੈਨੂੰ ਕਹਿਣ ਲੱਗੇ ਤੁਸੀਂ ਕਿੱਥੇ ਵਿਦਿਆ ਪ੍ਰਾਪਤ ਕੀਤੀ? ਤੇ ਕਿਉਂਕਿ ਮੈਂ ਰੋਪੜ ਕਾਲਜ ਤੋਂ ਪੜ੍ਹਿਆ ਹਾਂ ਤੇ ਬਾਅਦ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਤੋਂ ਗਿਆਨੀ ਤੇ ਡਿਪਲੋਮਾ ਡਿਵਨਿਟੀ ਕੀਤਾ ਹੈ। ਕਹਿਣ ਲੱਗੇ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਆਓ ਗੱਲਾਂ ਬਾਤਾਂ ਕਰਦੇ। ਜਿੰਨਾ ਚਿਰ ਉਹ ਚਿਖਾ ਤਿਆਰ ਕਰ ਰਹੇ ਸਨ, ਉਹਨਾਂ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਗੱਲਾਂ ਬਾਤਾਂ ਹੋਈਆਂ। ਉਹ ਕਹਿੰਦੇ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹ ਜਿਹੜਾ ਸ਼ਬਦ ਹੈ, ਇਸਨੂੰ ਤੁਸੀਂ ਕਿਸ ਵਿਊ ਨਾਲ ਰਹਿੰਦੇ ਹੋ, ਇਸ ਦੀ ਕੀ ਵਿਚਾਰ ਸਮਝਦੇ ਹੋ? ਤਾਂ ਮੈਂ ਵੀ ਗਿਆਨੀਆਂ ਵਾਲੀ ਵਿਚਾਰ ਕਰਦਾ ਸੀ, ਜਿਹੜੇ ਕਿ ਅੱਜ ਕੱਲ੍ਹ ਦੇ ਆਪਣੇ ਅਸਲ 'ਚ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਕਈ ਵਾਰ ਵਿਚਾਰ ਆਪਣੇ ਮਨ ਦੀ ਹੁੰਦੀ ਹੈ। ਮਨ ਦੀ ਜਿਹੜੀ ਵਿਚਾਰ ਹੈ, ਮਨ ਮਰਜ਼ੀ ਦੀ ਜਿਹੜੀ ਵਿਚਾਰ ਹੈ, ਉਹ ਗੁਰਮਤਿ ਵਿਚਾਰ ਨਹੀਂ ਹੁੰਦੀ। ਇਹਨੂੰ ਚੰਗੀ ਤਰ੍ਹਾਂ ਕੋਖ ਲੈਣਾ ਜੀਵਨ 'ਚ। ਥੋਪੀ ਜਾ ਸਕਦੀ ਹੈ ਮਨ ਮਰਜ਼ੀ ਦੀ ਵਿਚਾਰ, ਅੱਜ ਸਾਡੇ ਗਿਆਨੀ ਥੋਪ ਰਹੇ ਨੇ ਲੋਕਾਂ ਦੇ ਉੱਤੇ ਵੀ ਮਨ ਮਰਜ਼ੀ ਦੀ ਵਿਚਾਰ ਨਹੀਂ। ਉਹਨਾਂ ਨੇ ਫਿਰ ਮੇਰੇ ਨਾਲ ਗੱਲਬਾਤ ਕੀਤੀ। ਘੱਟੋ ਘੱਟ ਕਾਫੀ ਲੰਬਾ ਸਮਾਂ ਅਸੀਂ ਉੱਥੇ ਬੈਠੇ ਰਹੇ
ਤੇ ਸ਼ਬਦ ਦੀ ਪੂਰੀ ਵਿਚਾਰ ਹੋਈ। ਕਹਿੰਦੇ ਮੈਂ ਪੇਸ਼ੇ ਤੋਂ ਡਾਕਟਰ ਹਾਂ ਔਰ ਮੈਂ ਜਿਹੜੇ ਬੋਡੀਆਂ ਨੇ ਉਹਨਾਂ ਨੂੰ ਬਾਅਦ 'ਚ ਸੰਭਾਲਦਾ ਰਿਹਾ, ਪੋਸਟਮਾਰਟਮ ਕਰਦਾ ਰਿਹਾ, ਮੇਰਾ ਪੇਸ਼ਾ ਇਹ ਰਿਹਾ। ਤੇ ਇਸ ਕਰਕੇ ਕਹਿੰਦੇ ਮੈਨੂੰ ਬਹੁਤ ਹੀ ਇਸ ਸਬਜੈਕਟ ਦੀ ਜੋ ਮੈਂ, ਕਿਉਂਕਿ ਬਾਣੀ ਬੜਾ ਪੜ੍ਹਦਾ ਹੈ ਉਹ ਸਿੱਖ, ਫੌਜ ਤੋਂ ਰਿਟਾਇਰ ਨੇ, ਬੜੇ ਡਾਕਟਰ ਵੱਡੇ ਨੇ ਔਰ ਬਾਣੀ ਦੇ ਬੜੇ ਰਸੀਏ ਨੇ ਔਰ ਬਾਣੀ ਨੂੰ ਬੜੀ ਵਿਚਾਰ ਕੇ ਪੜ੍ਹਦੇ। ਇਹ ਵੀ ਬੜੀ ਵੱਡੀ ਕਲਾ ਹੈ ਕਿ ਸਿੱਖ ਹੋਵੇ ਔਰ ਡਾਕਟਰ ਪੇਸ਼ੇ ਤੋਂ ਹੋਵੇ, ਫੌਜ ਦੇ ਵਿੱਚੋਂ ਰਿਟਾਇਰ ਹੋਵੇ ਤੇ ਬਾਣੀ ਦਾ ਅਭਿਆਸੀ ਵੀ ਨਾਲ ਹੋਵੇ। ਅਸੀਂ ਬਾਣੀ ਦੇ ਅਭਿਆਸੀ ਨਹੀਂ ਰਹੇ, ਬਾਣੀ ਦਾ ਅਭਿਆਸ ਨਹੀਂ ਹੈ। ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤਾਂ ਜੋ ਆਮ ਵਿਚਾਰ ਸਮਾਜ ਵਿੱਚ ਇਸ ਵੇਲੇ ਮੇਰੇ ਵਰਗੇ ਗਿਆਨੀ ਲੋਕ ਕਰ ਰਹੇ ਨੇ, ਤੇ ਮੈਂ ਵੀ ਉਹੀ ਵਿਚਾਰ ਉਹਨਾਂ ਦੇ ਸਾਹਮਣੇ ਰੱਖੀ ਵੀ ਇਨਸਾਨੀਅਤ ਮਰ ਜਾਂਦੀ, ਇਨਸਾਨ ਕਿਸੇ ਦੇ ਕੰਮ ਨਹੀਂ ਆਉਂਦਾ, ਪਸ਼ੂ ਬਿਰਤੀਆਂ ਮਰਦੀਆਂ ਤੇ ਉਹ ਕਈ ਕਾਰਜ ਸਵਾਰਦਾ। ਕਹਿੰਦੇ ਇੱਥੇ ਇਹ ਮੀਨਿੰਗ ਨਹੀਂ ਹਨ, ਇੱਥੇ ਸਰੀਰ ਦੀ ਹੀ ਗੱਲ ਚੱਲ ਰਹੀ ਹੈ, ਇਨਸਾਨੀਅਤ ਮਰਨ ਦੀ ਜਾਂ ਪਸ਼ੂ ਬਿਰਤੀ ਮਰਨ ਦੀ ਗੱਲ ਨਹੀਂ, ਇੱਥੇ ਬਿਰਤੀ ਦੀ ਗੱਲ ਨਹੀਂ ਚੱਲ ਰਹੀ। ਕਿਉਂਕਿ ਨਰੂ ਜਿਹੜਾ ਅੱਖਰ ਹੈ ਉਹ ਕਦੀ ਵੀ ਇਨਸਾਨੀਅਤ ਵਾਸਤੇ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ 'ਚ, ਪੂਰੇ ਗੁਰੂ ਗ੍ਰੰਥ ਸਾਹਿਬ 'ਚ, ਟੋਟਲੀ ਗੁਰੂ ਗ੍ਰੰਥ ਸਾਹਿਬ 'ਚ ਨਰੂ ਅੱਖਰ ਕਿਤੇ ਵੀ ਇਨਸਾਨੀਅਤ ਵਾਸਤੇ ਨਹੀਂ ਆਇਆ। ਕਹਿੰਦੇ ਇੱਥੇ ਤੁਸੀਂ ਬਿਲਕੁਲ ਗੱਲ। ਔਰ ਮੈਂ ਜਦੋਂ ਉਹਨਾਂ ਨੇ ਮੇਰੇ ਨਾਲ ਸਾਰੀਆਂ ਗੱਲਾਂ ਕੀਤੀਆਂ ਮੈਂ ਬਿਲਕੁਲ ਸਹਿਮਤ ਹੋਇਆ। ਉਹ ਕਹਿੰਦੇ ਦੇਖੋ ਜਿਹੜਾ ਸਰੀਰ ਮਨੁੱਖ ਦਾ ਹੈ, ਮਨੁੱਖ ਦੇ ਪ੍ਰਾਣ ਨਿਕਲਣ ਤੋਂ ਬਾਅਦ ਜਦੋਂ ਕੀ ਕਹਿੰਦੇ ਦਿਮਾਗ ਡੈਡ ਹੋ ਜਾਂਦਾ ਹੈ, ਉਸ ਤੋਂ ਬਾਅਦ ਕੁਝ ਸਮੇਂ ਦਾ ਪੀਰੀਅਡ ਹੁੰਦਾ ਹੈ। ਉਸ ਸਮੇਂ ਦੇ ਵਿੱਚ ਉਸ ਬੰਦੇ ਦੀਆਂ ਅੱਖਾਂ, ਉਸ ਬੰਦੇ ਦੀ ਕਿਡਨੀ ਜਿਹੜੀ ਹੈ ਉਹ ਕੰਮ ਆ ਸਕਦੀ, ਬਾਕੀ ਚੀਜ਼ਾਂ ਲਗਭਗ ਡੈਡ ਹੋ ਜਾਂਦੀਆਂ। ਕੁਝ ਸਮਾਂ ਹੁੰਦਾ ਹੈ ਉਸ ਸਮੇਂ ਦੇ ਦੌਰਾਨ। ਉਸ ਤੋਂ ਬਾਅਦ ਮਨੁੱਖ ਦੇ ਸਰੀਰ ਦਾ ਕੋਈ ਵੀ ਔਰਗਨ ਜਿਹੜਾ ਹੁੰਦਾ ਹੈ, ਅੰਗ ਜਿਹੜਾ ਹੁੰਦਾ ਹੈ, ਉਹ ਕੰਮ ਨਹੀਂ ਆਉਂਦਾ। ਅੱਜ ਅਸੀਂ ਭਾਵੇਂ ਵਿਆਖਿਆ ਕਰੀ ਜਾਈਏ, ਦੇਖੋ ਜੀ ਅੱਖਾਂ ਕੰਮ ਆ ਜਾਣੀਆਂ, ਕਿਡਨੀ ਕੰਮ ਆ ਜਾਂਦੀ, ਲੀਵਰ ਕੰਮ ਆ ਜਾਂਦਾ। ਕਹਿੰਦੇ ਉਹ ਬਹੁਤ ਛੋਟਾ ਜਿਹਾ ਪੀਰੀਅਡ ਹੈ, 2 4 6 ਘੰਟੇ ਦਾ। ਉਸ ਦੇ ਦੌਰਾਨ ਉਹਨਾਂ ਅੰਗਾਂ ਨੂੰ ਜੇ ਕਿਤੇ ਆਪਾਂ ਆਪਰੇਸ਼ਨ ਕਰਕੇ ਉਹਦੇ ਵਿੱਚੋਂ ਕੱਢ ਲਿਆ ਜਾਵੇ, ਉਹਨੂੰ ਪੋਸਟਮਾਰਟਮ ਕਰਕੇ ਤੇ ਆਪਰੇਸ਼ਨ ਕਰਕੇ ਦੂਜੇ ਨੂੰ ਲਾਇਆ ਜਾਵੇ, ਉਹ ਸਾਰੇ ਕਹਿੰਦੇ ਉਹ ਵੀ ਸਕਸੈਸ ਨਹੀਂ ਹਨ। ਡੈਡ ਹੋਏ ਮਨੁੱਖ ਦੇ ਅੰਗ ਨੇ ਜ਼ਰੂਰੀ ਨਹੀਂ ਕਿ ਅੱਗੇ ਜਾ ਕੇ ਕੰਮ ਕਰਨਗੇ। ਹਾਂ ਉਸ ਵੇਲੇ ਉਹਦੇ ਵਿੱਚ ਪ੍ਰਕਿਰਿਆ ਹੈ, ਜਾਨ ਹੈ, ਪਰ 8 ਘੰਟੇ ਤੋਂ ਬਾਅਦ ਤਾਂ ਕਹਿੰਦੇ ਕੋਈ ਵੀ ਅੰਗ ਕੰਮ ਨਹੀਂ ਕਰਦਾ। ਸਰੀਰ ਦਾ ਕੋਈ ਵੀ ਅੰਗ, ਬੋਡੀ ਦਾ ਕੋਈ ਵੀ ਅੰਗ ਕੰਮ, ਜਦੋਂ ਦਿਮਾਗ ਕਹਿੰਦੇ ਜਦੋਂ ਮੌਤ ਹੁੰਦੀ ਹੈ ਤੇ ਜ਼ਰੂਰੀ ਨਹੀਂ ਕਿ ਉਸ ਵੇਲੇ ਦਿਮਾਗ ਵੀ ਸਾਰਿਆਂ ਦਾ ਡੈਡ ਹੋ ਜਾਂਦਾ। ਕਈ ਵਾਰ ਦਿਮਾਗ ਕਹਿੰਦੇ ਬਾਅਦ 'ਚ ਡੈਡ ਹੁੰਦਾ, ਕਿਉਂਕਿ ਜਿਹੜਾ ਬੰਦਾ ਪੋਸਟਮਾਰਟਮ ਹੀ ਕਰ ਰਿਹਾ ਰੋਜ਼, ਉਹਨੂੰ ਜ਼ਿਆਦਾ ਜਾਣਕਾਰੀ ਇਸ ਚੀਜ਼ ਦੀ। ਕਹਿੰਦੇ ਇਸ ਕਰਕੇ ਇੱਕ ਤਾਂ ਗੱਲ ਇਹ ਹੈ ਕਿ ਨਰੂ ਅੱਖਰ ਗੁਰਬਾਣੀ ਵਿੱਚ ਇਨਸਾਨੀਅਤ ਵਾਸਤੇ ਨਹੀਂ ਆਇਆ। ਨਰੂ ਦਾ ਅਰਥ ਨਰ ਹੈ, ਨਰ ਦਾ ਅਰਥ ਮਨੁੱਖੀ ਹੈ। ਨਰੂ ਮਰੇ ਪਾਓ ਕਿ ਪਸ਼ੂ, ਮਨੁੱਖ ਜਦੋਂ ਮਰਦਾ ਹੈ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ, ਪਰ ਪਸ਼ੂ ਮਰਦਾ ਹੈ, ਮਨੁੱਖ ਦੇ ਕਈ ਕਾਰਜ ਸਵਾਰਦਾ ਹੈ। ਕਹਿੰਦੇ ਕਈ ਮਹੀਨੇ ਤੱਕ ਮਰੇ ਹੋਏ ਪਸ਼ੂ ਦੀ ਜਿਹੜੀ ਖੱਲ ਹੈ ਉਹ ਕੰਮ ਵਿੱਚ ਲਈ ਜਾ ਸਕਦੀ ਹੈ। ਉਹਦੇ ਸਿੰਗ ਕਈ ਸਾਲ ਤੱਕ ਤੁਸੀਂ ਮਿੱਟੀ ਵਿੱਚ ਵੀ ਦਫਨਾ ਕੇ ਰੱਖ ਦਿਓ ਤਾਂ ਵੀ ਕਈ ਸਾਲਾਂ ਬਾਅਦ ਤੁਹਾਡੇ ਕੰਮ ਆ ਸਕਦੇ ਨੇ। ਕਈ ਪਸ਼ੂ ਐਸੇ ਦੇ ਨੇ ਜਿਨ੍ਹਾਂ ਦੇ ਕਈ ਸਾਲ ਮਰਨ ਤੋਂ ਬਾਅਦ ਵੀ ਉਹਨਾਂ ਦੀ ਦਵਾਈ ਬਣਦੀ ਹੈ। ਉਹਨਾਂ ਦੇ ਜਿਹੜੇ ਔਰਗਨ ਨੇ ਉਹ ਦਵਾਈ 'ਚ ਕੰਮ ਆਉਂਦੇ ਨੇ, ਉਹਨਾਂ ਦੇ ਜਿਹੜੇ ਪਸਲੀਆਂ ਨੇ ਉਹ ਕੰਮ ਆਉਂਦੀਆਂ, ਉਹਨਾਂ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹਦੇ ਵਿੱਚੋਂ ਦਵਾਈ ਬਣ ਜਾਂਦੀ ਹੈ। ਉਹ ਕਈ ਲੰਬੇ ਸਮੇਂ ਤੱਕ ਕੰਮ ਆ ਜਾਂਦੇ ਹੈ, ਪਰ ਮਨੁੱਖ ਦੇ ਸਰੀਰ ਦੀ ਹਾਲਤ ਇਹ ਨਹੀਂ ਹੈ। ਇਸ ਕਰਕੇ ਕਹਿੰਦੇ ਇਹ ਅਰਥ ਬਿਲਕੁਲ ਨਹੀਂ ਹੋਣਗੇ ਕਿ ਇਨਸਾਨੀਅਤ ਮਰ ਜਾਂਦੀ, ਇਨਸਾਨ ਕਿਸੇ ਦੇ ਕੰਮ ਨਹੀਂ ਆਉਂਦਾ ਔਰ ਪਸ਼ੂ ਬਿਰਤੀਆਂ ਮਰਦੀਆਂ ਹਨ, ਉਹ ਕਈਆਂ ਦੇ ਕਾਰਜ ਸਵਾਰਦੇ। ਇੱਥੇ ਇਹ ਅਰਥ ਨਹੀਂ, ਇੱਥੇ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਤੇਰੇ ਸਰੀਰ ਦੀ ਆਪਣੀ ਕੀ ਪਾਇਆ ਹੈ। ਜੇ ਸਰੀਰ ਦਾ ਤੂੰ ਗੁਮਾਨ ਕਰਕੇ ਮੰਦੇ ਕੰਮ ਕਰ ਰਿਹਾ, ਸਰੀਰ ਦੀ ਪਾਇਆ ਹੈ ਕੋਈ ਜੀ? ਜੇ ਸਰੀਰ ਦਾ ਗੁਮਾਨ ਕਰਕੇ, ਹੰਕਾਰ ਕਰਕੇ ਮੰਦੇ ਕੰਮ ਕਰ ਰਹੇ ਹਾਂ, ਅਸੀਂ ਵਿਕਾਰਾਂ ਵਿੱਚ ਪੈ ਰਹੇ ਹਾਂ, ਵਾਸਨਾਵਾਂ ਵਿੱਚ ਗਲਤਾਨ ਆ, ਦੇਖ ਤਾਂ ਸਹੀ ਤੇਰੇ ਸਰੀਰ ਦੀ ਆਪਣੀ ਪਾਇਆ ਕੀ ਹੈ। ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੇ, ਪਾਓ ਕਿ ਜਦੋਂ ਤੇਰਾ ਇਹ ਸਰੀਰ ਮਰ ਜਾਂਦਾ ਹੈ ਤਾਂ ਇਹ ਸਰੀਰ ਕਿਸੇ ਦੇ ਕੰਮ ਨਹੀਂ ਆਉਂਦਾ। ਪਰ ਪਸ਼ੂ ਮਰਦਾ ਹੈ ਤਾਂ ਫਿਰ ਉਹ ਉਸਦੇ ਮਨੁੱਖ ਦੇ ਕਈ ਕਾਰਜ ਸਵਾਰਦਾ ਹੈ। ਮਨੁੱਖ ਦਾ ਸਰੀਰ ਤਾਂ ਕਿਸੇ ਮਨੁੱਖ ਦੇ ਕੰਮ ਨਹੀਂ ਆ ਰਿਹਾ।
ਕਿਸੇ ਦੇ ਕਾਰਜ ਨਹੀਂ ਸਵਾਰਿਆ, ਬਸ ਉਹ ਮਰਨ ਤੋਂ ਬਾਅਦ ਵੀ ਕਾਰਜ ਸਵਾਰਿਆ। ਕਿਉਂਕਿ ਤੂੰ ਤਾਂ ਜਿਉਂਦੇ ਜੀ ਆਪਣੇ ਕਾਰਜ ਨਹੀਂ ਸਵਾਰੇ, ਤੂੰ ਤਾਂ ਆਪਣੇ ਸਰੀਰ ਦਾ ਹੀ ਮਾਣ ਹੰਕਾਰ ਕਰਕੇ ਮੰਦੇ ਕੰਮ ਕਰਦਾ ਰਿਹਾ। ਅਸੀਂ ਕਹਿੰਦੇ ਹਾਂ ਨਾ ਵੀ ਸਾਡਾ ਸਰੀਰ ਹੈ, ਸਾਡੀ ਮਰਜ਼ੀ ਹੈ, ਜੋ ਮਰਜ਼ੀ ਕਰੀਏ ਸੀ। ਨਹੀਂ ਪਿਆਰਿਓ, ਇਹ ਸਰੀਰ ਦੀ ਸਾਡੀ ਪਾਇਆ ਨਹੀਂ। ਇਹ ਸਰੀਰ ਦੀ ਪਾਇਆ ਉਸ ਵੇਲੇ ਤੱਕ ਜਦੋਂ ਤੱਕ ਸਾਡੇ ਅੰਦਰ ਸਵਾਸ ਨੇ, ਉਦੋਂ ਤੱਕ ਅਸੀਂ ਚੰਗਾ ਕੰਮ ਕਰ ਸਕਦੇ ਹਾਂ, ਪਰਉਪਕਾਰ ਕਰ ਸਕਦੇ ਹਾਂ, ਕਿਸੇ ਦੇ ਵਾਸਤੇ ਚੰਗਿਆਈ ਜਿਹੜੀ ਹੈ ਉਹ ਵਰਤਾ ਸਕਦੇ ਹਾਂ, ਚੰਗਿਆਈ ਆਪ ਕਮਾ ਕੇ, ਚੰਗੇ ਕੰਮ ਕਰਕੇ। ਇਹ ਜੀਵਨ ਬੜਾ ਕੀਮਤੀ ਮਿਲਿਆ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਨ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋविंद ਭੂਲ ਮਤ ਜਾਹੋ, मानस जन्म का यही लाह। जब लग जरा रोग नहीं आया, जब लग काल ग्रसी नहीं काया। जब लग विकल पही नहीं बाणी, भज ले रे मन सारंग पानी। अब ना भजस भजस कब भाई, आवे अंत ना भजया जाई। जदों अंत आ गया जेड़ा तेरा काम होता होना ही नहीं है, फिर किवें भजेगा तू? फिर मनुख शरीर की अगली गल कबीर साहब कहते ने, देख कहते ने, हाड जले जैसे लकड़ी का तूला, केस जले जैसे घास का पूला। आखन लगे, हे बाबा, मैं कदे सोचा ही नहीं कि मौत आया इस शरीर दियां हड्डियां लकड़ां दे ढेर वांग सड़ जांदियां। जिवें लकड़ां दा ढेर सड़ जांदा है, इस तरह ये हड्डियां जिहड़ियां ने ये सड़ जांदियां ने। केस जले जैसे घास का पूला, ते केस जिहड़े ने घाह दे पूले वांग पंड वांग सड़ जांदे हन। इस शरीर दे मगरों ये हाल है, उस उत्ते मैं सारी उम्र मान करता रहा। जिस शरीर दा हड्डियां जिहड़ियां ने वो लकड़ां वांग सड़ जांदियां, जिहदे केस घाह दे पूले वांग सड़ जांदे ने, उस शरीर दे उत्ते मान करता रहा। कबीर साहब कहंदे ने, उस शरीर दा ही अहंकार करता रहा पूरी जिंदगी। की पाया है दस तेरी? ये सानू समझाना चाहते भी कर्मां नू सुधार लै, कर्म सुचेत होके कर। ਜਿਹੜੇ ਕਰਮ ਕਰ ਰਹੇ ਆ ਨਾ, ਉਹ ਕਰਮ ਤੂੰ ਮੰਦ ਕੰਮ ਹੀ ਕਰੀ ਜਾ ਰਹੇ ਆ, ਮੰਦੇ ਕੰਮਾਂ ਵਿੱਚ ਹੀ ਗਲਤਾਨ ਹੋਇਆ। ਚੰਗੇ ਕੰਮ ਕਰ। ਫਿਰ ਕਵੀ ਸਾਹਿਬ ਕੀ ਕਹਿੰਦੇ ਨੇ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ हे ਕਬੀਰ, ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਜਾਗਦਾ ਹੈ, ਤਦੋਂ ਹੀ ਪਛਤਾਵਾ ਹੁੰਦਾ ਹੈ ਜਦੋਂ ਮੌਤ ਦਾ ਡੰਡਾ ਸਿਰ ਦੇ ਉੱਤੇ ਆ ਕੇ ਵੱਜਦਾ। ਮੌਤ ਜਦੋਂ ਸਾਹਮਣੇ ਖੜ ਜਾਂਦੀ ਉਦੋਂ ਜਾਗਦਾ ਹੈ। ਸੱਚੀ ਗੱਲ ਹੈ। ਜੇ ਬੰਦੇ ਨੂੰ ਪੁੱਛੀਏ ਕਿ ਹੁਣ ਤੂੰ ਜਾਣ ਦਾ ਵੇਲਾ, ਕਿਤੇ ਬੰਦੇ ਨੂੰ ਮੌਤ ਇਤਨਾ ਸਮਾਂ ਦੇ ਦੇਵੇ ਕਿ ਉਹ ਦੱਸ ਸਕੇ ਕਿ ਤੂੰ ਕਿਹੜੇ ਕਿਹੜੇ ਕੰਮ ਕੀਤੇ ਹਨ, ਜਾਂ ਉਹਨੂੰ ਪੁੱਛਿਆ ਜਾਏ ਵੀ ਮੌਤ ਸਿਰ ਤੇ ਖਲੋਤੀ ਹੋਈ ਹੈ, ਦੱਸ ਕੋਈ ਚੰਗਾ ਕੰਮ ਕੀਤਾ कि उस रस्ते ते तुर पिया जिस रस्ते ते तुरन वास्ते मनुखा जीवन मिलिया सी। ते बहुते तां कहणगे अजे उस रस्ते ते तुर के मंजिल तक की तय करनी सी, अजे तां रस्ते का ज्ञान भी नहीं होया। उच्चारण करो सतनाम। रस्ते की समझ ही नहीं है। तुरना ते की सी, किते पहुंचना ते की सी, अजे रस्ते बारे ही कोई सोच नहीं पैदा हुई सी। ते हुण समझ आई है, हुण समा नहीं है। ਜਦੋਂ ਸਮਝ ਆਈ ਨਾ ਵੀ ਜੀਵਨ ਕਿਉਂ ਪ੍ਰਾਪਤ ਹੋਇਆ, ਮਨੁੱਖਾ ਜੀਵਨ ਵਿੱਚ ਕਰਨਾ ਕੀ ਹੈ, ਉਸ ਵੇਲੇ ਸਮਾਂ ਹੀ ਨਹੀਂ ਰਿਹਾ, ਸਮਾਂ ਸਮਾਪਤ ਹੋ ਗਿਆ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਤਬ ਹੀ ਨਰ ਜਾਗੈ। ਮਨੁੱਖ ਉਦੋਂ ਹੀ ਆਪਣੀ ਮੂਰਖਤਾ ਵੱਲੋਂ ਸੁਚੇਤ ਹੁੰਦਾ ਹੈ, ਕਿਉਂਕਿ ਜਦੋਂ ਮੌਤ ਸਾਹਮਣੇ ਦਿਖਾਈ ਦਿੰਦੀ ਹੈ। ਵੈਸੇ ਵੀ ਮੈਂ ਆਪਣੇ ਅਨੁਭਵ 'ਚੋਂ ਕਹਿ ਸਕਦਾ ਕਿ ਜਦੋਂ ਮਨੁੱਖ ਬਿਮਾਰ ਹੁੰਦਾ ਹੈ, ਦੁਖੀ ਹੁੰਦਾ ਹੈ, ਤਾਂ ਉਸ ਵੇਲੇ ਵੀ ਜਦੋਂ ਉਹਨੂੰ ਮੌਤ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ, ਤਾਂ ਉਸ ਨੂੰ ਆਪਣੀ ਮੂਰਖਤਾ ਵੀ ਨਜ਼ਰ ਆ ਰਹੀ ਹੁੰਦੀ ਹੈ। ਆਪਣੀ ਬਿਮਾਰੀ ਵਿੱਚ ਆਪਣੀ ਮੂਰਖਤਾ ਵੀ ਬੰਦਾ ਦੇਖਦਾ ਵੀ ਮੈਂ ਕਿੱਦਾਂ ਦੇ ਕਰਮ ਕਰਦਾ ਰਿਹਾ। ਕਈ ਵਾਰੀ ਬੰਦੇ ਨੂੰ ਜਿਹੜਾ ਦੁੱਖ ਹੈ ਨਾ, ਉਹ ਉਹਨੂੰ ਸਹੀ ਮਾਰਗ 'ਤੇ ਪਾ ਦਿੰਦਾ। ਉਹ ਗਲਤ ਕੰਮ ਕਰਨੇ ਛੱਡ ਜਾਂਦਾ ਹੈ, ਵਿਕਾਰ ਕਰਨੇ ਛੱਡ ਜਾਂਦਾ ਹੈ, ਬੁਰਾ ਕਰਨਾ ਛੱਡ ਦਿੰਦਾ, ਹੱਕ ਮਾਰਨਾ ਛੱਡ ਜਾਂਦਾ ਹੈ। ਬਹੁਤ ਸਾਰੇ ਕੰਮ ਐਸੇ ਜਿਹੜੇ ਛੱਡ ਜਾਂਦਾ ਹੈ ਜਦੋਂ ਉਹਦੇ ਸਾਹਮਣੇ ਮੌਤ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ। ਉਸ ਵੇਲੇ ਕਹਿੰਦਾ ਵਾਕਈ ਮੈਂ ਕੋਈ ਚੰਗਾ ਨਹੀਂ ਕਰ ਸਕਿਆ, ਮੈਂ ਤਾਂ ਲੋਕਾਂ ਦੇ ਹੱਕ ਮਾਰਦਾ ਰਿਹਾ, ਲੋਕਾਂ ਦਾ ਮਾੜਾ ਕਰਦਾ ਰਿਹਾ, ਲੋਕਾਂ ਨੂੰ ਮਾੜਾ ਬੋਲਦਾ ਰਿਹਾ। ਉਸ ਵੇਲੇ
ਉਹ ਜਿਹੜੀ ਘੜੀ ਹੈ ਉਹਦੀ ਮੂਰਖਤਾ ਤੋਂ ਮਨੁੱਖ ਨੂੰ ਜਗਾਉਂਦੀ ਹੈ। ਤੂੰ ਮੂਰਖ ਬਣ ਕੇ ਜ਼ਿੰਦਗੀ ਜਿੰਦਾ ਰਿਹਾ, ਅਤੇ ਮੂਰਖਤਾ ਵਿੱਚੋਂ ਜਦੋਂ ਮਨੁੱਖ ਜਾਗਦਾ ਹੈ ਉਦੋਂ ਫਿਰ ਪਛਤਾਵਾ ਹੁੰਦਾ ਹੈ ਵੀ ਮੈਂ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਆਇਆ ਸੰਸਾਰ ਵਿੱਚ ਚੰਗਾ ਕਰਮ ਕਰਨ ਵਾਸਤੇ ਸੀ, ਪਰ ਮੈਂ ਤਾਂ ਚੰਗਾ ਕੁਛ ਕੀਤਾ ਹੀ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਲਾਲਚ ਲਾਗੇ ਜਨਮ ਗਵਾਇਆ ਤਾ ਦਿਨ ਕਛਨਾ ਵਸਾਏਗਾ। ਧਨ ਜੋਬਨ का गर्व न कीजै कागद जो गल जाएगा। सिमरन भजन दया नहीं कीनी तो मुख चोटा खाएगा। उस वेले बंदा अपनी मूर्खता तो जागदा है, सुचेत हुंदा है। जदों मौत का डंडा सामने नज़र आउंदा है, इसदे सिर ते आके बजदा है, जदों मौत आके कहंदी बस हुण समा तेरा पूरा हो गया। वैसे तो एक मैं बेनती करा, जो केस चिट्टे होने शुरू हो जान ना, तो ये मौत का डंडा ही है, दस रहा कि हुण नेड़े अगे, अगों नेड़ा आया पिछा रहा दूर। गुरबाणी ने लिखा बड़ा स्पष्ट, काले हों फुन धोले आए। काले चले गए, धोले आ गए, चिट्टे आ गए, समझ लै मौत का सद्दा ही नेड़े आ रहा मित्रा। इस करके कई बारी मौत अपने ढंग दे नाल सानू दर्शांदी है, असी उस अज्ञानता की निंदर विचों जागते नहीं हाँ। अज का शब्द इस करके भगत कबीर साहब ने सानू विशेष तौर तो मनुख नूं इस गल के उत्ते जागरूक करन दा यतन कीता है कि अपने शरीर की ममता विच फस के विकार तू करदा रहना। जाग, विकारां वल्लों सुचेत हो, अपने अंदर झात मार, अपने मन नूं संबोधन कर कि मन रे कौन कुमत तै लीनी। परदारा निंदिया रस रचियो राम भगत न कीनी। तो फिर यह समझाने का यतन किया है कि यह कदे नहीं सोचता कि प्रभु की याद तो बिना इस शरीर तो पशुआं दियां जूनां नालों भी माड़ा है। जिस तू रब नूं याद नहीं करता ना, फिर तो पशुआं दी जूनां नालों भी तेरा शरीर माड़ा है। इत्थे ही सड़ के सुआह हो जाता है, तो मरण वेले पछतावा हुंदा है, पर उस वेले पछताण दा की लाभ है। बच्चे दे पेपर हो गए, रिजल्ट आया, फिर कोई पछतावे तो कोई फायदा नहीं। पछताना तो उदों चाहिए सी जो पहला ही समैसटर होया सी, उहदे विच फेल हो गया सी, उदों सचेत होना सी भी मैं फेल हो गया। पर हुण तो पेपर हो गए ने, हुण रिजल्ट आ गया तो फेल दा रिजल्ट आया तो फिर पछताण दा तो कोई लाभ नहीं। फिर नहीं, जदों पहली बार लग्या सी भी हाँ नंबर घट आ रहे हैं, उदों ही सुचेत होना चाहिए सी, पर ऐसा असीं नहीं कर रहे। इस तरह ही जदों समझिए ना भी साडे जीवन विचों औगुण वधदे जा रहे ने, गुण घटदे जा रहे ने, तो सानू फिर उस वेले सुचेत होना चाहिए भी गुण किवें बदलणगे। क्यों गुरु साहब ने तो आख दिता कि मन एक न चेतस मूड़ मना, हर विसरत तेरे गुण गलिया। तैनू रब जी भुल गए हे मूर्ख मना, चेते कर। तू एक नू चेते नहीं करता, हरी रब नू भुला के तेरे गुण गलदे जा रहे हैं। हरी नू याद करना, इस तरह जिवें बच्चे नू पहले समैसटर विच जे नंबर घट आए तो सुचेत हो जाना भी नहीं मैं पूरे नंबर लैके आने ने। इस तरह का जीवन किरदार घड़न की प्रेरणा अज दे शब्द विच भगत जी ने साडे सामने रखी है। सुचेत होकर कर्म करन दी लोड़ है। जदों सुचेत होकर कर्म करांगे और गुरु साहब के चरणों नाल जुड़ के, गुरबाणी नाल जुड़ के जो अपने अंदर झात मारांगे तो उस वेले सानू साडे औगुण जिहड़े ने वो दिखाई देने शुरू हो जाएंगे। जिस दिन सानू अपने अंदर के औगुण दिखाई देने शुरू हो गए, उस दिन मैं कह सकदा कि उस दिन समझ लै कि तू अपना जीवन सफला कर लैंगा। क्योंकि सानू पूरी जिंदगी औगुण ही नज़र नहीं आउंदे। अपने विच गुण नज़र आउंदे ने, दूजे विच औगुण नज़र आउंदे ने। चाहिदा ये सी कि मैं अपने औगुण देखदा, दूजे दे गुण वेखदा, फिर मेरा जीवन सफला होना सी। इतनियां बेनतियां प्रवान करो जी। सारियां दा बहुत धन्नवाद जी। आयां नूं फतेह दी सांड करो। वाहिगुरू जी का खालसा, वाहिगुरू जी की फतेह।